ਹਾਂਜੀ, ਬਹੁਤ-ਬਹੁਤ ਸਵਾਗਤ ਹੈ ਜੀ ਸਭ ਦਾ। ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਕਿਸਾਨਾਂ ਦੁਆਰਾ ਰੇਲਵੇ ਟਰੈਕ ਤੇ ਅੰਮ੍ਰਿਤਸਰ ਦੇ ਨਜ਼ਦੀਕ ਦੇਵੀ ਦਾਸਪੁਰੇ ਬਹੁਤ ਵੱਡੀ ਮਾਤਰਾ ਵਿੱਚ ਮੋਦੀ ਦੁਆਰਾ ਤੇ ਕੇਂਦਰ ਸਰਕਾਰ ਦੁਆਰਾ ਲਗਾਏ ਗਏ ਖੇਤੀ ਆਰਡੀਨੈਂਸ, ਤਿੰਨੋਂ ਖੇਤੀ ਆਰਡੀਨੈਂਸਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਤੇ ਭਾਰੀ ਮਾਤਰਾ ਵਿੱਚ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਆਗੂ ਤੇ ਆਮ ਲੋਕ ਇੱਥੇ ਪਹੁੰਚੇ ਨੇ। ਤੇ ਇਸੇ ਦੇ ਸਬੰਧ ਵਿੱਚ ਆਪਾਂ ਕੁਝ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਵਿਚਾਰ ਨੇ ਉਹਨਾਂ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ ਤੇ ਕਿਵੇਂ ਇਕੱਤਰ ਹੋਏ ਹੋ ਇੱਥੇ? ਕੀ ਕਿਸਾਨ ਯੂਨੀਅਨ ਮੋਦੀ ਬਾਰੇ ਇਕੱਠੇ ਹੋਏ ਆ ਠੀਕ ਹੈ ਤੇ ਇਹ ਬਹੁਤ ਭਾਰੀ ਧਰਨਾ ਲਾਇਆ ਤੇ ਬਹੁਤ ਭਾਰੀ ਇਹਨਾਂ ਮੰਗਾਂ ਮਨਾਉਣ ਵਾਸਤੇ ਇਹਨਾਂ ਨੂੰ ਮਜਬੂਰ ਕੀਤਾ ਜਾਊ। ਹਾਂਜੀ, ਠੀਕ ਹੈ ਜੀ। ਤੇ ਕੀ ਸਮਝਦੇ ਹੋ ਤੁਸੀਂ ਮੋਦੀ ਦੁਆਰਾ ਤਿੰਨ ਲਾਗੂ ਕੀਤੇ ਗਏ ਆਰਡੀਨੈਂਸ ਜਿਹੜੇ ਆ ਉਹ ਕਿਸਾਨਾਂ ਵਾਸਤੇ ਕਿਵੇਂ ਦੇ ਨੇ? ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਆ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਨੇ ਤੇ ਇਸ ਦਾ ਕਿਸਾਨਾਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ। ਨਹੀਂ, ਬਹੁਤ ਗਲਤ ਕੰਮ ਕੀਤਾ ਇਹਨੇ, ਬਹੁਤ ਇੰਨਾ ਗਲਤ ਕੰਮ ਕੀਤਾ। ਭਾਰੂ ਇਕੱਠ ਕੀਤਾ ਗਿਆ ਤੇ ਮਜਬੂਰ ਕਰਕੇ ਸਾਨੂੰ ਧਰਨਾ ਕਿਤੇ ਇੱਥੇ ਬਹਿਣਾ ਪਿਆ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਇਸੇ ਤਰ੍ਹਾਂ ਦੇਖ ਰਹੇ ਹਾਂ ਅਸੀਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਆਪਣੇ ਆਮ ਲੋਕ ਜਿਹੜੇ ਇਕੱਠੇ ਹੋਏ ਨੇ ਤੇ ਜਥੇਬੰਦੀਆਂ ਵੀ ਬਹੁਤ ਇਕੱਠੀਆਂ ਹੋਈਆਂ। ਤੇ ਇੱਥੇ ਕੁਝ ਕਿਸਾਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਕੀ ਨੇ ਉਹਨਾਂ ਦੇ ਵਿਚਾਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ ਤੇ ਕਿੱਥੋਂ ਆਏ ਹੋ ਤੁਸੀਂ? ਅਰਜਨ ਸਿੰਘ ਬਿਤਰੀ, ਪਿੰਡ ਟਰਾਵਲ ਤੋਂ ਆਇਆ, ਜ਼ਿਲ੍ਹਾ ਤਰਨਤਾਰਨ। ਤੇ ਕਿਹੜੀ ਕਿਸੇ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਿ ਆਮ? ਕਿਸਾਨ ਮਜ਼ਦੂਰ ਕਮੇਟੀ ਦਾ ਵਰਕਰ ਆ। ਹਾਂਜੀ, ਪੱਕਾ ਵਰਕਰ ਆ। ਇੱਥੇ ਤੁਸੀਂ ਮਤਲਬ ਕੀ ਸਮਝਦੇ ਹੋ ਤੁਸੀਂ ਤੇ ਮੋਦੀ ਦੁਆਰਾ ਤੇ ਕੇਂਦਰੀ ਸਰਕਾਰ ਦੁਆਰਾ ਜਿਹੜੇ ਆਰਡੀਨੈਂਸ ਲਾਗੂ ਕੀਤੇ ਹੋਏ ਆ, ਤਿੰਨ ਆਰਡੀਨੈਂਸ, ਤੇ ਉਹ ਕਿਸਾਨਾਂ ਦੇ ਵਿੱਚ ਪੱਖ ਦੇ ਵਿੱਚ ਨੇ ਜਾਂ ਕੀ? ਤੁਹਾਡੇ ਕੀ ਵਿਚਾਰ ਨੇ? ਸਾਡੇ ਵਿਚਾਰ ਇਹ ਆ ਜੀ, ਅਸੀਂ ਕਿਸੇ ਹੱਦ ਤੱਕ ਵੀ ਇਹ ਜੋ ਨਾਲ ਬਿੱਲ ਪਾਸ ਕੀਤੇ ਅਸੀਂ ਲੱਗਣੀ ਦੇਵਾਂਗੇ, ਭਾਵੇਂ ਸਾਨੂੰ ਕਿਸੇ ਕਿਸਮ ਦੀ ਕੁਰਬਾਨੀ ਕਰਨੀ ਪਵੇ। ਅਸੀਂ ਲੜਨ ਨੂੰ ਤਿਆਰ ਹਾਂ। ਇਸੇ ਕਰਕੇ ਅਸੀਂ ਲਾਈਨ 'ਤੇ ਦੇਵਦਾਸਪੁਰ 'ਤੇ ਬੈਠੇ ਹਾਂ। ਸਾਡੇ ਕਿਸੇ ਦੇ ਮਗਰੋਟ ਨਹੀਂ ਜਾਵਾਂਗੇ। ਇੰਨੀ ਨੀਤੀ ਮਾੜੀ ਮੋਦੀ ਦੀ, ਇਹਨੂੰ ਰਾਹ ਦੱਸਾਂਗੇ ਵੀ ਕਿਸ ਤਰ੍ਹਾਂ ਸਰਕਾਰਾਂ ਬਣਦੀਆਂ, ਕੀ ਕਰਦੀਆਂ। ਮੈਂ ਵੀ ਪੁੱਛਣਾ ਚਾਹੁੰਦਾ, ਤੁਸੀਂ ਦੱਸੋ ਦਿੱਲੀ ਦੇ ਤਾਜਰ ਗੱਲਾਂ ਕਰਦੇ ਕਿਹੜੇ ਸੰਵਿਧਾਨ ਦੀਆਂ, ਕਿਹੜਾ ਸੰਵਿਧਾਨ ਤੁਹਾਡਾ ਜਿਹਦੇ ਕਰਕੇ ਤੁਸੀਂ ਇਹ ਜਿੱਥੇ ਮਰਜ਼ੀ ਜ਼ਮੀਨ ਕਹਿ ਕਰ ਲਈ, ਜਿੱਥੇ ਮਰਜ਼ੀ ਬੰਦ ਕਰਤਾ, ਜਿੱਥੇ ਮਰਜ਼ੀ ਚੱਲਦਾ। ਇਹ ਤੁਹਾਡਾ ਰਾਜ ਆ, ਸਾਡਾ ਰਾਜ ਕਿਉਂ ਗਿਆ? ਜਦ ਤੱਕ ਜ਼ਮੀਨ ਹੁੰਦਾ ਉਹ ਆਪਣੇ ਬੱਚੇ ਪਾਲਣ ਵਾਸਤੇ ਕਰਦਾ, ਤੂੰ ਸਾਰਾ ਕੁਝ ਖੋਈ ਜਾਂਦਾ, ਉਹ ਕਿੱਥੇ ਜਾਊਗਾ? ਹਾਂਜੀ, ਕਿਉਂਕਿ ਕਿਸਾਨਾਂ ਦੇ ਭਲਾਈ ਲਈ ਕਹਿੰਦੇ ਆਰਡੀਨੈਂਸ, ਤੇ ਕਿਸਾਨਾਂ ਦੇ ਨਾਲ ਉਹਨਾਂ ਇੱਕ ਵਾਰੀ ਵੀ ਜ਼ਰੂਰੀ ਨਹੀਂ ਸਮਝਿਆ ਕਿ ਕਿਸਾਨਾਂ ਦੇ ਨਾਲ ਕੋਈ ਬੈਠ ਕੇ ਮੀਟਿੰਗ ਕੀਤੀ ਜਾਵੇ, ਕੋਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਬਹੁਤ ਜਲਦਬਾਜ਼ੀ ਦੇ ਵਿੱਚ ਇਹ ਜਿਹੜੇ ਆਰਡੀਨੈਂਸ ਲਾਗੂ ਕੀਤੇ ਗਏ ਨੇ। ਮੈਂ ਜੀ ਇਹ ਜਦੋਂ ਦਾ ਗੱਡੀ 'ਤੇ ਬੈਠਾ ਇੱਕ ਦਿਨ ਵੀ ਇੱਥੇ ਨਹੀਂ ਰਿਹਾ, ਫੋਰਨ ਕੰਟਰੀਆਂ ਜਾਂਦਾ ਰਿਹਾ। ਉੱਥੋਂ ਦੇ ਇਹ ਜੋ ਚਾਲ ਨੇ ਸਾਨੂੰ ਲਾ ਕੇ ਦੱਸਦਾ ਰਿਹਾ। ਅਖੀਰ 'ਤੇ ਇਹੋ ਜਿਹੀ ਮਾੜੀ ਨੀਤੀ ਨੂੰ ਬਣਾਤੀ ਆ ਵੀ ਜੱਟ ਨੂੰ ਉਹਨੇ ਮੰਗਤਾ ਬਣਾ ਦਿੱਤਾ। ਮਜ਼ਦੂਰ ਦੇ ਅੱਗੇ ਮਰਿਆ ਵੀ ਇਹਨੇ ਕਦੀ ਨੋਟਬੰਦੀ ਕਰਦੀ, ਕਦੀ ਇਹਨੇ ਲਾਕਡਾਊਨ ਕਰਦਾ, ਕਦੀ ਇਹਨੇ ਕੁਝ ਕਰਦਾ, ਕਦੀ ਇਹਨੇ ਕੁਝ ਕਰਦਾ। ਇਹ ਜ਼ਮਾਨਾ ਆਪਣੇ ਘਰ ਬੈਠਾ ਤੇ ਲੋਕੀ ਤੜਫਣ ਰਿਹਾ। ਆਹ ਇੱਕ ਕਰੋਨਾ ਦੀ ਬਿਮਾਰੀ ਚੱਲ ਪਈ ਆ, ਇਹ ਕੋਈ ਬਿਮਾਰੀ ਨਹੀਂ। ਕੋਈ ਸਾਨੂੰ ਦੱਸੇ ਕੀ ਬਿਮਾਰੀ ਆ? ਫੜ ਕੇ ਫੋੜ ਕੇ ਅੰਦਰ ਲੈ ਲਓ ਜੀ, ਘਰੋਂ ਬਾਹਰ ਨਾ ਨਿਕਲੋ ਜੀ। ਇਹ ਤਮਾਸ਼ਾ ਅੱਗੇ ਕਰੋਨਾ, ਅੱਗੇ ਨਹੀਂ ਕਰੋਨਾ ਕਿਹਨੇ ਵੇਖੀ? ਮੇਰੀ 70 ਸਾਲ ਉਮਰ ਹੋ ਗਈ ਆ, ਮੈਂ ਕਦੀ ਵੇਖਿਆ ਨਹੀਂ ਬਿਮਾਰੀ ਕੀ ਹੁੰਦੀ ਕੀ ਨਹੀਂ। ਚਲੋ ਜੇ ਬਿਮਾਰੀ ਦੂਜੀ ਹੁੰਦੀ ਆ ਉਹਦਾ ਆਪਾਂ ਇਲਾਜ ਕਰ ਲੈਂਦੇ ਹਾਂ। ਉਹਨਾਂ ਦੇ ਕਰੋਨਾ ਇਲਾਜ ਕੋਈ ਨਹੀਂ ਅਤੇ ਇਹ ਫੜ ਕੇ ਅੰਦਰ ਲੈ ਜਾਂਦੇ ਆ। ਤੇ ਹੋਰ ਵੀ ਆਪਾਂ ਦੇਖਦੇ ਹਾਂ ਵੀ ਸਾਡੇ ਨਾਲ ਨੌਜਵਾਨ ਵੀਰ ਵੀ ਸਾਡੇ ਭਰਾ ਇੱਥੇ ਜਿਹੜੇ ਆ ਧਰਨਾ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦੇ ਵੀ ਵਿਚਾਰ ਸੁਣਦੇ ਨੇ ਵੀ ਕੀ ਕਹਿਣਾ ਨੇ ਉਹਨਾਂ ਦੇ ਖੇਤੀ ਆਰਡੀਨੈਂਸ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਰੂਪ ਸਿੰਘ ਹੈ ਜੀ। ਜੀ, ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜੇ ਖੇਤੀ ਆਰਡੀਨੈਂਸ ਜਿਹੜੇ ਪਾਸ ਕੀਤੇ ਕਿਸਾਨ ਮਾਰੂ ਨੇ ਜਾਂ ਕਿਸਾਨ ਦੇ ਹੱਕ ਦੇ ਵਿੱਚ ਨੇ? ਕੀ ਵਿਚਾਰ ਨੇ ਤੁਹਾਡੇ? ਮੈਂ ਸਿਰਫ ਇੱਕੋ ਗੱਲ ਪੁੱਛਣਾ ਚਾਹੁੰਦਾ ਵਾਂ। ਇਹ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਆਜ਼ਾਦੀ ਦਿੱਤੀ, ਉਹ ਜਿੱਥੇ ਜਾ ਕੇ ਮਰਜ਼ੀ ਫਸਲ ਵੇਚ ਸਕਦਾ ਵਾ। ਪਹਿਲਾਂ ਉਹਨੂੰ ਇਹ ਪਾਬੰਦੀ ਸੀ। ਅਸੀਂ ਆਨੇ ਵੀ ਜੇ ਸਾਨੂੰ ਇੱਥੇ ਮੰਡੀਆਂ 'ਚ ਅੱਗੇ ਵਾਂਗੂ ਰੇਟ ਮਿਲਦੇ ਆ ਤਾਂ ਸਾਨੂੰ ਕੀ ਲੋੜ ਕਿਤੇ ਜਾ ਕੇ ਹੋਰ ਫਸਲ ਵੇਚਣ ਦੀ? ਹੁਣ ਜਿੱਥੋਂ 2-2.5 ਕਿੱਲੇ ਆ ਉਹ ਹੋਰ ਕਿੱਥੇ ਜਾ ਕੇ ਫਸਲ ਵੇਚੂਗਾ? ਜਦੋਂ ਸਾਨੂੰ ਜਿੱਥੇ ਅੱਗੇ ਸਾਡੀ ਫਸਲ ਵਿਕਣ ਦੀ ਸੀ, ਜੋ ਰੇਟ ਮਿਲਦੇ ਆ ਸਾਨੂੰ ਉਹ ਮਨਜ਼ੂਰ ਆ।
ਸਾਨੂੰ ਨਹੀਂ ਲੋੜ ਹੈਗੀ ਕਿਤੇ ਜਾ ਕੇ ਹੋਰ ਵੇਚਣ ਦੀ। ਇਹੋ ਹੀ ਕਾਨੂੰਨ ਰੱਦ ਕੀਤੇ ਜਾਣ ਤੇ ਸਾਡੀ ਉੱਥੇ ਹੀ ਫਸਲ ਰਹੀ ਜਾਵੇ। ਅਸੀਂ ਇੰਨੇ ਸੰਤੁਸ਼ਟ ਹਾਂ। ਸਾਨੂੰ ਪੁੱਛਿਆ ਤੇ ਜਾਣਾ ਚਾਹੀਦਾ ਹੈ ਨਾ, ਤੁਸੀਂ ਖੁਸ਼ ਹੋ ਤੇ ਨਹੀਂ। ਇਹ ਕਹਿੰਦੇ ਕਿਸਾਨਾਂ ਦੇ ਭਲੇ ਆਸਤੇ ਆ, ਤੇ ਜੇ ਭਲੇ ਆਸਤੇ ਆ ਕਿਸਾਨ ਏਡੇ ਤੇ ਕਮਲੇ ਨਹੀਂ ਵੀ ਉਹਨਾਂ ਦਾ ਭਲਾ ਹੁੰਦਿਆ ਤੇ ਰੋਣ ਦਾ ਪੈਣ ਜੀ ਨਹੀਂ ਸਾਨੂੰ ਨਹੀਂ ਭਲਾ ਚਾਹੀਦਾ। ਇਸ ਕਰਕੇ ਜ਼ਮੀਨੀ ਲੈਵਲ ਤੇ ਆ ਕੇ ਵੇਖਣ, ਪੁੱਛਣ ਵੀ ਕੀ ਤੁਸੀਂ ਚਾਹੁੰਦੇ ਜੋ, ਠੀਕ ਹੈ ਨਾ। ਸਾਡਾ ਜਿੱਥੇ ਅੱਗੇ ਵਿਕਣ ਦੀ ਸੀ ਸਰਕਾਰੀ ਰੇਟ ਤੇ ਅਸੀਂ ਉਸੇ ਖੁਸ਼। ਅਸੀਂ ਕੋਈ ਵਾਧੂ ਮੰਗ ਨਹੀਂ ਮੰਗਦੇ। ਬਹੁਤ ਬਹੁਤ ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਵੀਰ ਮੌਜੂਦ ਨੇ ਜੀ, ਉਹਨਾਂ ਦੇ ਵਿਚਾਰ ਸੁਣਦੇ ਚਾਹਾਂਗੇ ਜੀ ਆਪਾਂ। ਹਾਂਜੀ, ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਨਾਮ ਹੈ? ਅਜੀਤ ਸਿੰਘ। ਠੀਕ ਹੈ ਜੀ। ਕਿੱਥੋਂ ਬਾਪੂ ਜੀ ਤੁਸੀਂ? ਇੱਥੋਂ ਲੋਕਲ ਜਾਂ ਦੂਰੋਂ ਚੱਲ ਕੇ ਆਏ ਜੋ? ਤੇ ਕੀ ਵਿਚਾਰ ਤੁਹਾਡੇ, ਮਤਲਬ ਵੀ ਕਿਹਦੇ ਸੰਬੰਧ ਦੇ ਵਿੱਚ ਵਿਰੋਧ, ਕੀ ਤੁਸੀਂ ਜਾਇਜ਼ ਸਮਝਦੇ ਹੋ ਕਿ ਕੇਂਦਰ ਦੁਆਰਾ ਜਿਹੜੇ ਆਰਡੀਨੈਂਸ ਲਾਗੂ ਕੀਤੇ ਗਏ ਉਹ ਗਲਤ ਨੇ ਜਾਂ ਕਿਸਾਨਾਂ ਦੇ ਹੱਕ 'ਚ ਨੇ? ਨਹੀਂ ਜੀ, ਉਹ ਗਲਤ ਆ ਜੀ, ਬਿਲਕੁਲ ਗਲਤ ਆ। ਉਹ ਕਿਸਾਨਾਂ ਦੇ ਹੱਕ 'ਚ ਹੁੰਦੇ ਤੇ ਕਿਸਾਨ ਕਿਉਂ ਸੜਕਾਂ 'ਤੇ ਆਉਂਦੇ? ਇਸੇ ਕਰਕੇ ਸੜਕਾਂ 'ਤੇ ਆ। ਕਿਸਾਨ ਵਿਰੋਧੀ ਆ, ਕਿਸਾਨ ਮਾਰੂਗਾ। ਉਹ ਕਿਸਾਨਾਂ ਦੇ ਭਲੇ ਵਾਸਤੇ ਹੁੰਦੇ ਤੇ ਕਿਉਂ ਆਉਂਦੇ? ਕਿਹਦਾ ਜੀ ਕਰਦਾ ਘਰੋਂ ਬਾਹਰ ਇਤਨਾ ਜਾਣ ਨੂੰ? ਹਾਂਜੀ, ਬਾਕੀ ਨੇ ਕੰਮ ਕੋਈ ਮੋਦੀ ਕੀਤਾ ਹੀ ਚੰਗਾ ਨਹੀਂ। ਕਦੀ ਨੋਟਬੰਦੀ ਕਰ ਦਿੱਤੀ, ਕਦੀ GST ਲਾਤੀ, ਕਦੀ ਕੁਛ ਕਰਤਾ। ਇਹਨੇ ਬੇੜਾ ਹੀ ਕਰਤਾ ਜਦੋਂ ਦਾ ਸੱਤਾ ਦੇ ਵਿੱਚ ਆਇਆ। ਕਦੀ ਇਹਨੇ 300 ਜੰਮੂ ਕਸ਼ਮੀਰ 'ਚ ਕਰ ਦਿੱਤੀ, ਧਾਰਾ ਤੋੜਤੀ। ਇਹਨੇ ਕੋਈ ਕੰਮ ਨਹੀਂ ਚੰਗਾ ਕੀਤਾ। ਪੰਜਾਬੀ ਭਾਸ਼ਾ ਵੀ ਜਿਹੜੀ ਆ ਉਹ ਸਰਕਾਰੀ ਭਾਸ਼ਾਵਾਂ ਦੇ ਵਿੱਚੋਂ ਜੰਮੂ 'ਚੋਂ ਬਾਹਰ ਕਰ ਦਿੱਤੀ ਗਈ। ਹਾਂਜੀ ਹਾਂਜੀ, ਪੰਜਾਬੀ ਭਾਸ਼ਾ ਦੇ ਅੱਗੇ ਵਿਤਕਰਾ ਕਰਨ ਰਹੇ ਆ। ਇਹ ਕੋਈ ਕੰਮ ਨਹੀਂ ਚੰਗਾ ਕਰਨ ਰਿਹਾ ਮੋਦੀ, ਬਿਲਕੁਲ ਗਲਤ ਆ ਇਹ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹੋਰ ਵੀ ਸਾਡੇ ਨਾਲ ਕਿਸਾਨ ਨੌਜਵਾਨ ਵੀਰ ਆਪਣੇ ਨਾਲ ਇੱਥੇ ਧਰਨਾ ਪ੍ਰਦਰਸ਼ਨ ਤੇ ਆਏ ਨੇ, ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਮੇਰਾ ਨਾਮ ਵੀਰ ਜੀ ਰਾਜਵਿੰਦਰ ਸਿੰਘ। ਹਾਂਜੀ, ਤੇ ਤੁਸੀਂ ਮਤਲਬ ਕੀ ਵਿਚਾਰ ਨੇ ਤੁਹਾਡੇ ਜਿਹੜੇ ਆਰਡੀਨੈਂਸ ਜਿਹੜੇ 3 ਲਾਗੂ ਕੀਤੇ ਨੇ, ਇਹਨਾਂ ਦਾ ਮਤਲਬ ਕੀ ਨੁਕਸਾਨ ਹੈ ਕਿਸਾਨ ਨੂੰ, ਤੇ ਕੀ ਮਤਲਬ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇਹ ਕਿਸਾਨ ਦੇ ਹੱਕ ਦੇ ਵਿੱਚ ਨੇ, ਕਿਸਾਨ ਦੇ ਭਲਾਈ ਦੇ ਲਈ ਇਹ ਆਰਡੀਨੈਂਸ ਜਿਹੜੇ ਆ ਇਹ ਲਾਗੂ ਕੀਤੇ ਗਏ? ਜੀ ਵੀਰ ਜੀ, ਇਹ ਆਰਡੀਨੈਂਸ ਪਹਿਲਾਂ ਇਹਨਾਂ ਨੇ ਬਿਹਾਰ 'ਚ ਵੀ ਅੱਜ ਤੋਂ ਕੁਝ ਟਾਈਮ ਪਹਿਲਾਂ ਲਾਗੂ ਕੀਤੇ ਸੀ, ਠੀਕ ਹੈ ਨਾ। ਪਰ ਉੱਥੋਂ ਦੇ ਜਿਹੜੇ ਗਰੀਬ ਕਿਸਾਨ ਆ ਉਹ ਤੇ ਇਹੋ ਜਿਹੇ ਰੁਲ ਗਏ ਕਿ ਅੱਜ ਉਹ ਸਾਡੇ ਇੱਥੇ ਆ ਕੇ ਜਾਂ ਬਾਹਰ ਜਾ ਕੇ ਦਿਹਾੜੀਆਂ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਹੇ ਆ। ਤੇ ਜਿਹੜੇ ਉੱਥੋਂ ਦੇ ਥੋੜੇ ਵੱਡੇ ਕਿਸਾਨ ਨੇ ਉਹ ਵਿਚਾਰੇ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਆਪਣੇ ਦੇਸ਼ ਤੋਂ, ਆਪਣੀ ਸਿਟੀ ਤੋਂ ਬਾਹਰ ਜਾ ਕੇ ਆਪਣਾ ਵੇਚ ਰਹੇ ਆ ਅਨਾਜ। ਮਤਲਬ ਇਹ ਘਾਟਾ ਹੀ ਘਾਟਾ ਆ, ਫਾਇਦਾ ਕੁਛ ਨਹੀਂ। ਜੇ ਫਿਰ ਵੀ ਫਾਇਦਾ ਆ ਤੇ ਫਿਰ ਕਿਸਾਨਾਂ ਦੀ ਸਲਾਹ, ਜਿਨ੍ਹਾਂ ਦੀਆਂ ਜ਼ਮੀਨਾਂ, ਜਿਨ੍ਹਾਂ ਦਾ ਸਾਰਾ ਕੁਝ ਹੈ, ਜਿਹੜੇ ਮਿਹਨਤ ਕਰਦੇ ਉਹਨਾਂ ਤੋਂ ਪੁੱਛਣਾ ਤੇ ਚਾਹੀਦਾ ਨਾ। ਗੌਰਮੈਂਟ ਮੂੰਹ ਚੁੱਕ ਕੇ ਕੁਝ ਵੀ ਕਰ ਦੂਗੀ, ਉਹ ਚੀਜ਼ ਤੇ ਸਹੀ ਨਹੀਂ ਹੈਗੀ ਜੀ। ਧੱਕਾ ਤੇ ਧੱਕਾ ਹੀ ਆ ਭਾਜੀ। ਹਾਂਜੀ, ਤੇ ਕੇਂਦਰ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ, ਅਸੀਂ ਨਿਊਜ਼ ਚੈਨਲਾਂ ਤੇ ਅਕਸਰ ਹੀ ਵੇਖਦੇ ਹਾਂ, ਉਹ ਕਹਿ ਰਹੇ ਨੇ ਕਿ ਕਿਸਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕਿਸਾਨ ਇੰਨਾ ਜਿਹੜਾ ਉਹ ਪੜ੍ਹਿਆ ਲਿਖਿਆ ਨਹੀਂ, ਇੰਨਾ ਐਜੂਕੇਟਡ ਨਹੀਂ ਆ ਕਿ ਉਹ ਜਿਹੜਾ ਚੰਗੇ ਮਾੜੇ ਫੈਸਲੇ ਬਾਰੇ ਆਪਣਾ ਮਤਲਬ ਸੋਚ ਵਿਚਾਰ ਸਕੇ। ਦੇਖੋ ਭਾਜੀ, ਅੱਜ ਇੰਨੇ ਇਕੱਠ ਦੇ ਵਿੱਚ ਸਿਰਫ ਤੇ ਸਿਰਫ ਕਿਸਾਨ ਆਪਾਂ ਕਹਿ ਸਕਦੇ ਹਾਂ ਕਿ ਪੁਰਾਣਾ ਬਜ਼ੁਰਗ ਕਿਸਾਨ ਨਹੀਂ ਪੜ੍ਹਿਆ ਲਿਖਿਆ, ਠੀਕ ਆ। ਪਰ ਅੱਜ ਦੇ ਧਰਨਿਆਂ ਦੇ ਵਿੱਚ ਨੌਜਵਾਨ ਪੀੜ੍ਹੀ ਗਾੜੀ ਆਈ ਆ ਤੇ ਅੱਜ ਦਾ ਹਰ ਇੱਕ ਨੌਜਵਾਨ ਪੜ੍ਹਿਆ ਲਿਖਿਆ ਆ, ਸਮਝਦਾਰ ਆ, ਉਹਨੂੰ ਆਪਣੇ ਹੱਕਾਂ ਦਾ ਪਤਾ ਆ। ਇਹ ਜੋ ਪਹਿਲਾਂ ਧੱਕੇ ਸਾਡੇ ਵੱਡੇ ਵਡੇਰਿਆਂ ਨਾਲ ਕਿ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਕੇ ਦਾੜੀਆਂ ਖੋਲੀਆਂ ਗਈਆਂ, ਪੱਗਾਂ ਸੜਕਾਂ ਤੇ ਲਾ ਦਿੱਤੀਆਂ ਗਈਆਂ, ਉਹ ਚੀਜ਼ਾਂ ਹੁਣ ਹੋਣੀਆਂ ਨਹੀਂ। ਜੇ ਕਿਸਾਨ ਨਹੀਂ ਪੜ੍ਹਿਆ ਲਿਖਿਆ ਤੇ ਕਿਸਾਨ ਦਾ ਪੁੱਤ ਪੜ੍ਹਿਆ ਲਿਖਿਆ ਆ ਤੇ ਅੱਜ ਦੇ ਟਾਈਮ ਇਹਨਾਂ ਧਰਨਿਆਂ 'ਚ ਕਿਸਾਨ ਦੇ ਨੌਜਵਾਨ ਮੁੰਡੇ ਆ ਕੇ ਬੈਠੇ ਆ, ਸਾਰੇ ਨੌਜਵਾਨ ਵੀਰ ਇਕੱਠੇ ਹੋ ਕੇ ਬੈਠੇ। ਵੱਡੀ ਤਾਦਾਦ ਦੇ ਵਿੱਚ ਦੇਖ ਰਹੇ ਹਾਂ ਕਿ ਨੌਜਵਾਨ ਵੀਰ ਸ਼ਾਮਲ ਹੋਏ ਨੇ। ਤੇ ਰਸਤੇ ਵਿੱਚ ਆਉਂਦਿਆਂ ਅਸੀਂ ਵੀ ਦੇਖਿਆ ਕਿ ਬਹੁਤ ਕਈ ਰਾਜਨੀਤਿਕ ਪਾਰਟੀਆਂ ਦੇ ਝੰਡੇ ਵੀ ਵਹੀਕਲਾਂ ਦੇ ਉੱਪਰ ਦੇਖੇ ਗਏ, ਕਈ ਵਾਪਸ ਜਾਂਦੇ ਵੀ ਰਾਜਨੀਤਿਕ ਵਹੀਕਲ ਵੇਖੇ ਗਏ। ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਜਿਵੇਂ ਕਾਂਗਰਸੀ ਜਾਂ ਅਕਾਲੀ ਵਰਕਰ ਜਾਂ ਉਹਨਾਂ ਦੇ ਜਿਹੜੇ ਆਗੂ ਇੱਥੇ ਪਹੁੰਚੇ ਸੀ ਪਰ ਬਾਅਦ ਦੇ ਵਿੱਚ ਇੱਥੇ ਕਿਤੇ ਨਜ਼ਰ ਨਹੀਂ ਆਏ? ਦੇਖੋ ਵੀਰ ਜੀ, ਇਹ ਜੋ ਸੰਘਰਸ਼ ਆ ਇਹ ਸਿਰਫ ਤੇ ਸਿਰਫ ਕਿਸੇ ਪਾਰਟੀਬਾਜ਼ੀ ਦੇ ਨਾਲ ਰਲ ਕੇ ਲੜਨ ਵਾਲਾ ਨਹੀਂ ਹੈਗਾ। ਇਹ ਸਾਨੂੰ ਸਾਰਿਆਂ ਨੂੰ, ਸਾਰਿਆਂ ਦੇ ਆਪਣੇ ਘਰ ਦੀ ਗੱਲ ਆ, ਹਰ ਇੱਕ ਕਿਸਾਨ ਦੇ ਹੱਕ ਦੀ ਗੱਲ ਆ। ਆਪਣੀ ਪਾਰਟੀਬਾਜ਼ੀ, ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ, ਉਹ ਚੀਜ਼ ਇੱਥੇ ਮੈਟਰ ਨਹੀਂ ਕਰਦੀ। ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਚੀਜ਼ ਦੇ ਵਿੱਚ ਸੰਘਰਸ਼ ਲੜਨਾ ਪਊਗਾ, ਠੀਕ ਹੈ ਜੀ। ਇੱਥੇ ਸੜਕਾਂ ਤੇ ਉਤਰਨਾ ਪਊਗਾ ਕਿਉਂਕਿ ਇਹ ਉਹ ਬੋਲੀ ਸਰਕਾਰ ਆ ਜਿਹੜੀ ਜਦੋਂ ਵੀ ਇਹਨੇ ਇਦਾਂ ਦਾ ਕੋਈ ਕਾਰਨਾਮਾ ਕੀਤਾ, ਇਹਨੂੰ ਉਸ ਦੀ ਜਵਾਬ ਜਿੰਨਾ ਚਿਰ ਦਿੱਤਾ ਨਹੀਂ ਗਿਆ, ਇਹਨੂੰ ਸਿਸਟਮ ਨੂੰ ਇੱਥੋਂ ਦੇ ਨੂੰ ਲਲਕਾਰਿਆ ਨਹੀਂ ਗਿਆ। ਇਹ ਧੱਕਾ ਇਦਾਂ ਹੀ ਕਰਦੇ ਆਏ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ। ਪਿਛਲੇ 75 ਸਾਲਾਂ ਤੋਂ ਇੱਥੇ ਧੱਕਾ ਹੀ ਹੁੰਦਾ ਆ, ਖਾਸ ਕਰਕੇ ਕਿਸਾਨਾਂ ਨਾਲ ਤੇ ਖਾਸ ਕਰਕੇ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਉਹਨਾਂ ਨਾਲ।
ਪਰ ਉਹਨਾਂ ਆਗੂਆਂ ਬਾਰੇ, ਰਾਜਨੀਤਿਕ ਆਗੂਆਂ ਬਾਰੇ ਤੁਹਾਡਾ ਕੀ ਵਿਚਾਰ ਨੇ ਜੋ ਵੇਖਿਆ ਗਿਆ ਕਿ ਇੱਥੋਂ 2 ਕਿਲੋਮੀਟਰ ਪਿੱਛੇ ਹੀ ਰੋਡ ਦੇ ਉੱਪਰ ਵੀ ਅਕਾਲੀ ਵਰਕਰਾਂ ਦੁਆਰਾ ਜਿਹੜੇ ਆਪਣੇ ਪਾਰਟੀ ਦੇ ਝੰਡੇ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ, ਬਲਕਿ ਇੱਥੋਂ ਵੀ ਵਾਪਸ ਉਹ ਪਤਾ ਨਹੀਂ ਕਿ ਉਹ ਕਿਸਾਨਾਂ ਦੁਆਰਾ ਵਿਰੋਧ ਕਰਨ ਤੇ ਇੱਥੋਂ ਵਾਪਸ ਮੁੜ ਕੇ ਗਏ ਨੇ, ਉਹ ਕਿਉਂ ਨਹੀਂ ਮਤਲਬ ਕਿਸਾਨੀ ਝੰਡੇ ਦੇ ਹੇਠ ਕਿਸਾਨਾਂ ਦੇ ਨਾਲ ਕਿਉਂ ਨਹੀਂ ਇਕੱਠੇ ਹੋ ਰਹੇ? ਉਹ ਅਜੇ ਵੀ ਉਹ ਆਪਣੀ ਰਾਜਨੀਤਿਕ ਪਾਰਟੀਆਂ ਜਿਹੜਾ ਉਹਨਾਂ ਬਾਰੇ ਕਿਉਂ ਪ੍ਰਚਾਰ ਕਰ ਰਹੇ ਨੇ? ਭਾਜੀ ਜੇ ਰਾਜਨੀਤਿਕ ਪਾਰਟੀਆਂ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਤੇ ਇੰਨਾ ਇਕੱਠ ਜਾਂ ਸੜਕਾਂ ਤੇ ਜਾਂ ਟ੍ਰੇਨ ਦੀਆਂ ਪਟੜੀਆਂ ਰੋਕਣ ਦੀ ਲੋੜ ਨਹੀਂ ਹੈ। ਸਿਰਫ ਤੇ ਸਿਰਫ ਉਹ ਆਪਣੀਆਂ ਇਸ ਮੁੱਦੇ ਦੇ ਉੱਤੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਸਿਰਫ ਤੇ ਸਿਰਫ ਕਿਸੇ ਨੇ ਅਸਤੀਫਾ ਦੇਤਾ, ਕਿਸੇ ਨੇ ਕੁਝ ਕਰਤਾ। ਜੇ ਸਿਆਸੀ ਰੋਟੀਆਂ ਹੀ ਸੇਕਾਂਗੇ ਤੇ ਉਹ ਆਪਾਂ ਆਪਣੇ ਘਰ ਬਹਿ ਕੇ ਬਿਆਨਬਾਜ਼ੀ ਕਰਕੇ, ਉਹ ਸਿਰਫ ਰੈਲੀਆਂ 'ਚ ਇਕੱਠ ਕਰਕੇ ਇੱਕ ਦੂਜੇ ਨੂੰ ਇਹ ਵਿਖਾ ਰਿਹਾ ਕਿ ਸਾਡੀ ਪਾਵਰ ਤੁਹਾਡੇ ਤੋਂ ਕਿੰਨੀ ਆ ਤੇ ਉਹਨਾਂ ਦੀ ਪਾਵਰ ਕਿੰਨੀ ਆ। ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਹੋ ਰਹੀ। ਜੇ ਕਿਸਾਨਾਂ ਦੇ ਹੱਕ ਦੀ ਗੱਲ ਹੋਵੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿੱਦਾਂ ਆਮ ਜਨਤਾ ਬੈਠੀ ਆ ਇਦਾਂ ਸੜਕਾਂ ਤੇ ਬਹਿਣ। ਇਹ ਨਹੀਂ ਕਿ ਆਪਣਾ ਇਕੱਠ ਕਰਕੇ ਆਪਣੀ ਰੈਲੀ ਵਿਖਾ ਰਹੇ ਆ, ਦੂਜਾ ਬੰਦਾ ਆਪਣਾ ਇਕੱਠ ਕਰਕੇ ਆਪਣੀ ਰੈਲੀ ਵਿਖਾ ਰਿਹਾ। ਜਿਵੇਂ ਆਪਣੇ ਕਿਸਾਨ ਵੀਰ ਵੀ ਪਤਾ ਨਹੀਂ ਵੀ ਹਰ ਵਾਰੀ ਗੁੰਮਰਾਹ ਹੋ ਜਾਂਦੇ ਨੇ, ਫਿਰ ਵੀ ਇਹਨਾਂ ਨੂੰ ਆਪਾਂ ਵਾਰੀ-ਵਾਰੀ ਮੌਕਾ ਦੇ ਰਹੇ ਨੇ, ਪਰ ਇਹਨਾਂ ਦੋਵਾਂ ਪਾਰਟੀਆਂ ਦੇ ਹਾਲ ਹਰ ਵਾਰੀ ਸੇਮ ਹੀ ਹੁੰਦਾ ਹੈ ਤੇ ਕਿਸਾਨਾਂ ਦੇ ਕੋਈ ਬਹੁਤਾ ਆਮ ਲੋਕਾਂ ਦੇ ਹੱਕ ਵਿੱਚ ਕਾਰਜ ਇਹੋ ਜਿਹੇ ਨਹੀਂ ਕਰ ਰਹੇ। ਤੇ ਫਿਰ ਵੀ ਇਹਨਾਂ ਦੇ ਨਾਲ ਵੇਖਿਆ ਕਿ ਕਈ ਕਿਸਾਨ ਲੋਕ ਬਹੁਤ ਜ਼ਿਆਦਾ ਇਕੱਠ ਇਹਨਾਂ ਦੇ ਮਗਰ ਫਿਰ ਵੀ ਲੋਕ ਜਾ ਰਹੇ ਨੇ। ਅਜੇ ਤੱਕ ਵੀ ਨਹੀਂ ਲੋਕਾਂ ਨੂੰ ਸਮਝ ਆ ਰਹੀ ਕੀ ਸੋਚ ਰਹੇ ਨੇ ਲੋਕ, ਜਾਂ ਆਪਣੇ ਉਹ ਨਿੱਜੀ ਸਵਾਰਥ ਦੇ ਲਈ ਉਹਨਾਂ ਦੇ ਪਿੱਛੇ ਜਾ ਰਹੇ। ਵੇਖੋ ਜੀ, ਕੁਝ ਬੰਦੇ ਹੁੰਦੇ ਆ ਜਿਨ੍ਹਾਂ ਦੇ ਨਿੱਜੀ ਸਵਾਰਥ, ਜਿਨ੍ਹਾਂ ਨੇ ਉਹਨਾਂ ਤੋਂ ਕੰਮ ਲੈਣੇ ਆ, ਪਰ ਆ ਜਿਹੜਾ ਮਸਲਾ ਆ ਇਹ ਹਰ ਇੱਕ ਕਿਸਾਨ ਦਾ ਆ, ਹਰ ਇੱਕ ਦੁਕਾਨਦਾਰ ਦਾ ਆ। ਜੇ ਕਿਸਾਨ ਮਰੂਗਾ ਤੇ ਪੂਰੀ ਦੁਨੀਆਦਾਰੀ ਦੇ ਵਿੱਚ ਜਿੰਨਾ ਵੀ ਕਾਰੋਬਾਰ ਆ ਸਾਰਾ ਮਿੱਟੀ ਆ। ਠੀਕ ਹੈ ਜੀ, ਸਾਰਾ ਕਾਰੋਬਾਰ ਜੇ ਅੰਨਦਾਤਾ ਮਰ ਗਿਆ ਤੇ ਪਿੱਛੇ ਕੁਝ ਨਹੀਂ ਬਚਣਾ। ਪਰ ਇਹ ਚੀਜ਼ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸੋਚਣਾ ਪਊਗਾ, ਫਿਰ ਇਹ ਦੇਸ਼ ਦਾ ਕੁਝ ਬਣ ਸਕਦਾ। ਕਿਉਂਕਿ ਇੱਥੇ ਕੁੱਲ ਮਿਲਾ ਕੇ ਆਵਾ ਉੱਤਿਆ ਪਿਆ ਆ ਭਾਜੀ, ਹੁਣ ਟੋਟਲ ਐਂਡ ਆ ਕੰਮ ਸਾਰਾ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ।